ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਅੱਜ ਜਿਹੜਾ ਜੀ ਸ਼ਾਮ ਦੇ ਬੁਲਟਨ ਦੇ ਵਿੱਚ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਫਰਵਰੀ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜਾ $15 ਮਿਨੀਮਮ ਵੇਜ ਦੀ ਗੱਲਬਾਤ ਹੋ ਰਹੀ ਹੈਗੀ ਆ ਉਹ ਇਸ ਟਾਈਮ ਰਾਈਟ ਨਹੀਂ ਹੈਗਾ। ਕਹਿੰਦੇ ਵੀ ਜਿਹੜਾ COVID-19 ਰਿਲੀਫ ਬਿੱਲ ਦੇ ਸੰਬੰਧ ਦੇ ਵਿੱਚ ਅਤੇ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਕਿਉਂਕਿ ਅਨਪਲਾਈਮੈਂਟ ਜਿਹੜੀ ਆ ਗ੍ਰੇਟ ਰਿਸੈਸ਼ਨ ਦੇ ਲੈਵਲ ਦੀ ਪਹੁੰਚੀ ਹੋਈ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਜੇ ਮਿਨੀਮਮ ਵੇਜਸ $15 ਇਨਕਰੀਜ਼ ਕਰਤੇ ਅਤੇ ਉਹਦੇ ਨਾਲ ਬਹੁਤ ਸਾਰਾ ਜਿਹੜਾ ਬਿਜ਼ਨਸਿਸ ਨੂੰ ਘਾਟਾ ਪਊਗਾ ਜਾਂ ਬਿਜ਼ਨਸ ਬੰਦ ਹੋ ਜਾਣਗੇ। ਸੋ ਟਾਈਮਿੰਗ ਰਾਈਟ ਨਹੀਂ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਤਾਂ ਕਹਿੰਦੇ ਵੀ ਇਹਦੇ 'ਤੇ ਆਪਾਂ ਜ਼ਰੂਰ ਵਰਕਆਊਟ ਕਰਾਂਗੇ। ਅਤੇ ਦੂਸਰਾ ਜਿਹੜਾ $1400 ਦੀ ਚੈੱਕ ਦੀ ਗੱਲ ਸੀ ਉਹ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਉਹ ਬਿਲਕੁਲ ਇਹ ਆਪਾਂ ਵੋਟਾਂ ਦਾ ਵਾਅਦਾ ਕੀਤਾ ਸੀ, ਇਹ ਜ਼ਰੂਰ ਆਪਾਂ ਪਹੁੰਚਾਵਾਂਗੇ ਲੋਕਾਂ ਤਾਈਂ। $75,000 ਜਿਹਦੀ ਇਨਕਮ ਹੈਗੀ ਇੱਕ ਪਰਸਨ ਦੀ ਜਾਂ 1.5 ਲੱਖ ਦੋਵਾਂ ਦੀ ਆ, ਅਤੇ ਉਹਨਾਂ ਨੂੰ ਜਿਹੜਾ $1400 ਪਰ ਪਰਸਨ ਮਿਲਣਗੇ। ਜੀ ਬਿਲਕੁਲ, ਕਹਿੰਦੇ ਵੀ ਇਸ ਦੇ ਉੱਤੇ ਨੈਗੋਸ਼ੀਏਟ ਕਰਨ ਦੇ ਲਈ, ਉਹ ਸਾਰਾ ਕੁਛ ਕਰਨ ਦੇ ਲਈ ਉਹ ਤਿਆਰ ਹੈਗੇ ਨੇ। CBS ਦੇ ਨਾਲ ਉਹਨਾਂ ਦੀ ਜਿਹੜੀ ਇੱਕ ਇੰਟਰਵਿਊ ਹੋਈ ਆ ਉਸ ਦੇ ਵਿੱਚੋਂ ਇਹ ਕੁਛ ਜਿਹੜੇ ਗੱਲਾਂ ਆ ਉਹ ਲਈਆਂ ਗਈਆਂ ਆ। ਇਸੇ ਦੌਰਾਨ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਕਿਹਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਇੰਟੈਲੀਜੈਂਸ ਬਰੀਫਿੰਗਸ ਜਿਹੜੀਆਂ ਆ ਉਹ ਦੇਣ ਦੀ ਜ਼ਰੂਰਤ ਨਹੀਂ ਆ। ਕਹਿੰਦੇ ਕੀ ਪਤਾ ਉਹਨਾਂ ਦੇ ਮੂੰਹੋਂ ਕੁਛ ਜਿਹੜਾ ਉਹ ਕਿਸੇ ਪਾਸੇ ਉਹ ਜਿਹੜਾ ਉਹ ਨਿਕਲ ਜਾਵੇ। ਉਹਨਾਂ ਦੇ ਇਰੈਟਿਕ ਬਿਹੇਵੀਅਰ ਨੂੰ ਜਿਹੜਾ ਉਹ ਦੇਖਦੇ ਹੋਏ ਉਹਨਾਂ ਨੂੰ ਇੰਟੈਲੀਜੈਂਸ ਬਰੀਫਿੰਗ ਦੇਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਕੀ ਵੈਲਿਊ ਜਿਹੜੀ ਆ ਉਹ ਉਹਨਾਂ ਨੂੰ ਜਿਹੜੀ ਇੰਟੈਲੀਜੈਂਸ ਬਰੀਫਿੰਗ ਦੇਣ ਦੀ ਜਿਹੜੀ ਉਹ ਮਿਲੇਗੀ। ਸੋ ਵਾਈਟ ਹਾਊਸ ਵਾਲੇ ਕਹਿੰਦੇ ਆ ਇਸ ਚੀਜ਼ ਨੂੰ ਰਿਵਿਊ ਕਰ ਰਹੇ ਆ ਅਤੇ ਸਾਬਕਾ ਰਾਸ਼ਟਰਪਤੀ ਨੂੰ ਜਿਹੜੇ ਹੁਣ ਆਊਟ ਆਫ ਆਫਿਸ ਨੇ ਕੀ ਉਹਨਾਂ ਨੂੰ ਬਰੀਫਿੰਗਸ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਆ ਜਾਂ ਨਹੀਂ। ਉੱਧਰ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਉਹ $1.9 ਟ੍ਰਿਲੀਅਨ ਦੇ ਕਰੋਨਾ ਵਾਇਰਸ ਰਿਲੀਫ ਪੈਕੇਜ ਆ ਉਸ ਨੂੰ ਜਲਦੀ ਪਾਸ ਕਰਨ ਦੇ ਲਈ ਤੇਜ਼ੀ ਦੇ ਨਾਲ ਕੰਮ ਕਰਨਗੇ। ਅੱਜ ਇਨਫੈਕਟ ਤੜਕੇ ਸਵੇਰੇ 5-6 ਵਜੇ ਦੇ ਦਰਮਿਆਨ 50 ਦੇ ਮੁਕਾਬਲੇ 51ਵੀਂ ਵੋਟ ਪਾ ਕੇ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹਨਾਂ ਨੇ ਰਾਹ ਜਿਹੜਾ ਇੱਕ ਹਿਸਾਬ ਦੇ ਲਈ ਪੱਧਰਾ ਕੀਤਾ ਆ ਅਤੇ ਇਹ $1.9 ਟ੍ਰਿਲੀਅਨ ਦਾ ਕਰੋਨਾ ਰਿਲੀਫ ਜਿਹੜਾ ਪੈਕੇਜ ਆ ਉਹ ਹੁਣ ਹਾਊਸ ਦੇ ਵੱਲ ਨੂੰ ਜਿਹੜਾ ਉਹ ਜਾਵੇਗਾ। ਸੋ ਇਹ ਹੁਣ ਜਿਹੜਾ ਉਹ ਦੇਖਣਾ ਹੋਊਗਾ ਵੀ ਇਸ ਗੱਲ ਦੇ ਵਿੱਚ ਕਿੰਨੀ ਕੁ ਜਲਦੀ ਜਿਹੜੇ ਹਾਊਸ ਅਤੇ ਸੈਨੇਟ ਦੇ ਵਿੱਚ ਇਸ ਨੂੰ ਜਿਹੜਾ ਹੁਣ ਉਹ ਪਾਸ ਹੋ ਜਾਊਗਾ। ਉੱਧਰ ਤੁਸੀਂ ਹਰਜੋਤ ਸਿੰਘ ਜੀ ਇਕੋਨਮੀ ਦੀ ਗੱਲ ਕਰ ਰਹੇ ਸੀ। US ਇਕੋਨਮੀ ਦੇ ਵਿੱਚ ਤਕਰੀਬਨ 49,000 ਨਵੀਆਂ ਜੋਬਸ ਜਿਹੜੀਆਂ ਜਨਵਰੀ ਦੇ ਵਿੱਚ ਮਹਿਜ ਜਿਹੜੀਆਂ ਉਹ ਐਡ ਹੋਈਆਂ ਆ। ਕੰਟਰੀ ਕਹਿੰਦੇ ਮੁਲਕ ਆ ਪਿਛਲੀ ਫਰਵਰੀ ਤੋਂ ਲੈ ਕੇ ਅਤੇ ਹੁਣ ਤੱਕ ਬਹੁਤ ਮਿਲੀਅਨਸ ਆਫ ਜੋਬਸ ਜਿਹੜੀਆਂ ਉਹ ਲੋਸਟ ਹੋ ਚੁੱਕੀਆਂ, ਜਿਨ੍ਹਾਂ ਵਿੱਚੋਂ ਕਾਫੀ ਜਿਹੜੀਆਂ ਜੋਬਸ ਵਾਪਸ ਵੀ ਆਈਆਂ, ਪਰ ਅਜੇ ਵੀ ਮਿਲੀਅਨਸ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਨੌਕਰੀ ਤੋਂ ਬਾਹਰ ਨੇ ਅਤੇ ਆਉਣ ਵਾਲੇ ਜਿਹੜੇ ਕਿਤੇ ਨਾ ਕਿਤੇ ਇਕੋਨਮੀ ਸਟੈਗਨੈਂਟ ਜੀ ਹੋਈ ਜਿਹੜੀ ਆ ਕਹਿੰਦੇ ਆ ਉਹ ਨਜ਼ਰ ਆ ਰਹੀ ਆ ਵੀ ਇਹ ਕਿਸ ਪਾਸੇ ਵੱਲ ਨੂੰ ਜਾਊਗੀ। ਇਸ ਨੂੰ ਲੈ ਕੇ ਚਿੰਤਾ ਜਿਹੜੀ ਆ ਕਾਫੀ ਜਿਹੜੇ ਆਰਥਿਕ ਮਾਹਰ ਆ ਉਹਨਾਂ ਦੇ ਵਿੱਚ ਆ ਰਹੀ ਹੈਗੀ ਆ।
ਜੀ, ਅਗਲੀ ਖਬਰ ਰਸ਼ੀਆ ਤੋਂ ਆ ਰਹੀ ਆ। ਰਸ਼ੀਆ ਨੇ ਅੱਜ 3 ਯੂਰਪੀਅਨ ਡਿਪਲੋਮੈਟਸ ਜਿਹੜੇ ਆ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚੋਂ ਐਕਸਪੈਲ ਕਰ ਦਿੱਤਾ, ਕੱਢ ਦਿੱਤਾ ਹੈਗਾ। ਤੇ ਉਹਨਾਂ ਤੇ ਦੋਸ਼ ਲਾਏ ਆ ਵੀ ਜਿਹੜਾ ਅਲੈਕਸੀ ਨੈਵਲਿਨ ਆ, ਜਿਹਨੂੰ 2.5 ਸਾਲਾਂ ਦੀ ਜਿਹੜੀ ਜੇਲ੍ਹ ਹੋਈ ਆ, ਇਸ ਤੋਂ ਪਹਿਲਾਂ ਉਸ ਨੂੰ ਜ਼ਹਿਰ ਦਿੱਤੀ ਗਈ ਸੀ ਰਸ਼ੀਆ ਦੇ ਜਿਹੜੇ ਹੈਗੇ ਆ ਲੀਡਰਸ ਉਹਨਾਂ ਵੱਲੋਂ, ਜਾਂ ਜਿਹੜਾ ਉੱਥੇ ਦਾ ਡਿਕਟੇਟਰ ਆਪਾਂ ਕਹਿ ਸਕਦੇ ਹਾਂ। ਤੇ ਉਹ ਬਚ ਗਿਆ। ਬਚ ਕੇ ਜਦੋਂ ਮੁੜ ਕੇ ਫਿਰ ਆਪਣੇ ਮੁਲਕ ਦੇ ਵਿੱਚ ਗਿਆ ਤੇ ਲੋਕਾਂ ਨੇ ਪ੍ਰੋਟੈਸਟ ਵੀ ਬਹੁਤ ਕੀਤੇ ਉਹਨੂੰ ਦੁਬਾਰਾ, ਕੀ ਫਿਰ ਅਰੈਸਟ ਕਰ ਲਿਆ। ਈਵਨ ਉਹਦੀ ਵਾਈਫ ਨੂੰ ਵੀ ਅਰੈਸਟ ਕੀਤਾ ਗਿਆ ਆ। ਸੋ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਉਹਨਾਂ ਦਾ ਕ੍ਰਿਟਿਕ ਆ ਉਹ ਬੰਦਾ ਬਹੁਤ, ਤੇ ਉਹਨਾਂ ਨੇ ਇਹ ਹੁਣ ਜਿਹੜੇ ਆਰਡਰ ਦਿੱਤੇ ਆ ਭਈ ਜਿਹੜੇ ਕਈ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਦੇ ਵਿੱਚ ਇਹ ਜਿਹੜੇ ਡਿਪਲੋਮੈਟ ਸੀਗੇ ਜਰਮਨੀ ਤੋਂ, ਸਵੀਡਨ ਤੋਂ, ਪੋਲੈਂਡ ਤੋਂ, ਇਹਨਾਂ ਨੇ ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਇਸ ਕਰਕੇ ਅਸੀਂ ਜਿਹੜਾ ਆ ਇਹਨਾਂ ਨੂੰ ਕੱਢਣ ਜਾ ਰਹੇ ਹੈਗੇ ਹਾਂ। ਜੀ ਬਿਲਕੁਲ। ਹੁਣ ਕਹਿੰਦੇ ਉਹਨਾਂ ਦੇ ਉੱਤੇ ਕ੍ਰਿਮੀਨਲ ਲਾਇਬਲ ਕੇਸ ਜਿਹੜਾ ਆ ਉਹ ਪਾਇਆ ਗਿਆ ਹੈਗਾ। ਇਸ ਦੇ ਉੱਤੇ ਜਿਹੜੇ ਪੁਤਿਨ ਹੁਣੀ ਉਹੀ ਗੱਲਾਂ ਕਰ ਰਹੇ ਆ ਜਿਹੜੇ ਭਾਰਤ ਦੀਆਂ ਸਰਕਾਰ ਕਹਿ ਰਹੀ ਆ ਵੀ ਇਹ ਤਾਂ ਬਾਹਰਲੇ ਲੋਕ ਜਿਹੜੇ ਦਖਲਅੰਦਾਜ਼ੀ ਜਿਹੜੇ ਸਾਰੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਰ ਰਹੇ ਆ। ਅਤੇ ਪੁਤਿਨ ਅਤੇ ਉਹਨਾਂ ਦਾ ਜਿਹੜਾ ਕ੍ਰੈਮਲਿਨ ਕਹਿ ਸਕਦੇ ਹਾਂ ਵੀ ਉਹੀ ਕਹਿ ਰਹੇ ਆ ਵੀ ਇਹ ਤਾਂ ਬਾਹਰੋਂ ਉਪਜਿਆ ਹੋਇਆ ਸੋ ਕਾਲਡ ਗੱਲਾਂ ਆ, ਅੰਦਰ ਜਿਹੜੇ ਰਸ਼ੀਆ ਦੇ ਵਿੱਚ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਦੇਖੋ ਉਸ ਨੂੰ ਬਰੀ ਤਾਂ ਕੀ ਕਰਨਾ, ਉਸ ਨੂੰ ਆਜ਼ਾਦ ਤਾਂ ਕੀ ਕਰਨਾ। ਉਹਨਾਂ ਨੇ EU ਦੇ ਜਿਹੜੇ ਉਹੀ ਆ ਉਹਨਾਂ ਨੂੰ ਹੀ ਐਕਸਪੈਲ ਜਿਹੜਾ ਉਹ ਕਰ ਦਿੱਤਾ। ਸੋ ਇਹ ਐਸਕਲੇਸ਼ਨ ਜਿਹੜੀ ਆ ਉਹ ਜ਼ਰੂਰ ਰਸ਼ੀਆ ਦੇ ਦੁਆਰਾ ਹੁਣ ਕੀਤੀ ਗਈ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਪਰ ਇਹ ਅਮਰੀਕਾ ਨੇ ਤਾਂ ਆਲਰੇਡੀ ਆਪਣੀਆਂ ਜਿਹੜੀਆਂ ਅੱਖਾਂ ਆ ਉਹ ਰਸ਼ੀਆ ਨੂੰ ਦਿਖਾਉਣੀਆਂ ਉਹ ਸ਼ੁਰੂ ਕੀਤੀਆਂ ਆ। ਸਾਡੇ ਸਾਬਕਾ ਰਾਸ਼ਟਰਪਤੀ ਸੀਗੇ ਜਿਹੜੇ ਪੁਤਿਨ ਨੂੰ ਕਾਫੀ ਹਾਈ ਰਿਗਾਰਡ ਅਤੇ ਚੰਗਾ ਜਿਹੜਾ ਆ ਉਹ ਸਮਝਦੇ ਸੀਗੇ, ਅਤੇ ਹੁਣ ਕਿਤੇ ਨਾ ਕਿਤੇ ਪੁਤਿਨ ਦੀਆਂ ਕਰਤੂਤਾਂ ਉਦੋਂ ਵੀ ਕਿਤੇ ਲੁਕੀਆਂ ਨਹੀਂ ਸੀਗੀਆਂ, ਹੁਣ ਜਿਹੜੀਆਂ ਆ ਹੋਰ ਜੱਗ ਜ਼ਾਹਰ ਹੋਣੀਆਂ ਸ਼ੁਰੂ ਹੋਈਆਂ ਨੇ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੀ ਸਕੂਲ ਟੀਚਰਸ ਜੇ ਉਹਨਾਂ ਨੂੰ ਵੈਕਸੀਨੇਟ ਨਹੀਂ ਕੀਤਾ ਗਿਆ ਕੀ ਉਹ ਰੀਓਪਨ ਹੋ ਸਕਦੇ ਨੇ, ਕੀ ਕਰਨੇ ਚਾਹੀਦੇ ਆ ਕਿ ਨਹੀਂ? CDC ਕਹਿੰਦੇ ਜਲਦ ਇਸ ਦੇ ਉੱਤੇ ਆਪਣਾ ਜਿਹੜਾ ਆ ਉਹ ਰਾਏ ਜਿਹੜੀ ਉਹ ਦੱਸੇਗੀ। ਫੈਡਰਲ ਸਰਕਾਰ ਕਹਿੰਦੇ ਆ ਵੀ ਨਵੀਆਂ ਗਾਈਡੈਂਸ ਅਗਲੇ ਹਫਤੇ ਜਿਹੜੀ ਉਹ ਦੱਸ ਸਕਦੀ ਆ ਵੀ ਸਕੂਲ ਨੂੰ ਸੁਰੱਖਿਆ ਦੇ ਨਾਲ ਮੁੜ ਦੁਬਾਰਾ ਜਿਹੜਾ ਉਹ ਪੈਨੇਡੈਮਿਕ ਦੇ ਦੌਰਾਨ ਕਿੱਦਾਂ ਜਿਹੜਾ ਉਹ ਖੋਲ੍ਹਿਆ ਜਾਵੇ। ਕੁਛ ਗਾਈਡਲਾਈਨਸ ਕਹਿੰਦੇ ਆਪਣੇ ਵੱਲੋਂ ਹੋਣਗੀਆਂ। USA ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਕਾਫੀ ਸਟਰਗਲ ਕਰੋਨਾ ਵਾਇਰਸ ਦੇ ਉੱਤੇ ਜਿਹੜਾ ਜੀ ਥੰਮ ਲਾਉਣ ਦੇ ਵਿੱਚ ਲੱਗੀ ਹੈਗੀ ਆ, ਅਤੇ ਅਜੇ ਵੀ ਜਿਹੜੇ ਕੇਸਿਸ ਆ ਉਹ ਲਗਾਤਾਰ ਵੱਧ ਰਹੇ ਹੈਗੇ ਆ। ਅਤੇ ਇਸ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਐਤਵਾਰ ਨੂੰ ਸੁਪਰ ਬੋਲ ਹੋਣਾ ਆ। ਸੁਪਰ ਬੋਲ ਦੇ ਵਿੱਚ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਪਾਰਟੀਜ਼ ਵਗੈਰਾ ਵੀ ਕਰਦੇ ਆ। ਸੋ ਇਹੀ ਗੱਲ ਜਿਹੜੀ ਹੈਗੀ ਵੀ ਧਿਆਨ ਜਿਹੜਾ ਉਹ ਜ਼ਿਆਦਾ ਰੱਖਿਆ ਜਾਵੇ। ਉਹਨਾਂ ਲੋਕਾਂ ਨੂੰ ਹੀ ਤੁਸੀਂ ਸੱਦਾ ਦਿਓ ਜਿਨ੍ਹਾਂ ਦਾ ਪਤਾ ਹੈ ਤੁਹਾਨੂੰ ਵੀ ਉਹ ਹੋਰ ਕਿਤੇ ਜਿਹੜੇ ਉਹ ਨਹੀਂ ਮਿਲਦੇ, ਆਉਂਦੇ ਜਾਂਦੇ ਨਹੀਂ ਆ, ਅਤੇ ਘੱਟ ਲੋਕਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਤੁਸੀਂ ਕੋਸ਼ਿਸ਼ ਕਰੋ। ਅਤੇ ਜਦੋਂ ਜੇ ਤੁਹਾਨੂੰ ਲੱਗਦਾ ਵੀ ਕੋਈ ਅਜਿਹਾ ਲੋਕ ਤੁਹਾਡੇ ਉਹਦੇ ਵਿੱਚ ਆਇਆ ਆ ਤਾਂ ਤੁਸੀਂ ਆਪਣੇ ਆਪ ਨੂੰ ਉਨੇ ਦਿਨਾਂ ਦੇ ਲਈ 7 ਤੋਂ 10 ਦਿਨ ਦੇ ਲਈ ਜਿਹੜਾ ਕੁਆਰੰਟੀਨ ਕਰੋ। ਦੇਖੋ ਵੀ ਕੋਈ ਸਿੰਪਟਮ ਵਗੈਰਾ ਤਾਂ ਨਹੀਂ ਜਿਹੜੇ ਉਹ ਆ ਰਹੇ। ਜੇ ਸਿੰਪਟਮ ਆਉਣੇ ਸ਼ੁਰੂ ਹੋਣ ਤਾਂ ਫਿਰ ਤੁਹਾਨੂੰ ਜਿਹੜਾ ਉਹ ਟੈਸਟ ਆ ਉਹ ਕਰਾਉਣਾ ਚਾਹੀਦਾ ਆ, ਅਤੇ ਉਹਦੇ ਨਾਲ ਇਹ ਆ ਵੀ ਤੁਸੀਂ ਆਪ ਵੀ ਬਚਦੇ ਆ ਅਤੇ ਬਾਕੀਆਂ ਨੂੰ ਵੀ ਜਿਹੜਾ ਉਹ ਤੁਸੀਂ ਇਸ ਬਿਮਾਰੀ ਤੋਂ ਬਚਾ ਸਕਦੇ ਆ। ਜੀ, ਅਗਲੀ ਖਬਰ ਚਲੀਏ। ਜਿਹੜੇ CDC ਦੇ ਰਿਸਰਚਰਸ ਆ ਉਹ ਕਹਿੰਦੇ ਭਈ ਜਿਹੜਾ ਮਾਸਕ ਆ ਇਹਦੀ ਜਿਹੜੀ ਜ਼ਰੂਰਤ ਆ ਜੇ ਮੈਂਡੇਟ ਕਰ ਦਿੱਤਾ ਜਾਵੇ ਉਹਨੂੰ, ਤੇ ਉਹ ਬਹੁਤ ਵਧੀਆ ਰਹੂਗਾ। ਯੂਨੀਵਰਸਿਟੀ ਆਫ ਨੇਵਾਡਾ, ਲਾਸ ਵੇਗਸ ਤੇ CDC ਦੋਨਾਂ ਨੇ ਜਿਹੜਾ ਰਲ ਕੇ ਇਹ ਰਿਸਰਚ ਕੀਤੀ ਆ 10 ਵੱਖ-ਵੱਖ ਸਾਈਟਸ ਤੋਂ ਮਾਰਚ ਮਹੀਨੇ ਤੋਂ ਲੈ ਕੇ ਅਕਤੂਬਰ ਤੱਕ, ਜਿੱਥੇ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਜਿਹੜਾ ਹੌਸਪੀਟਲਾਈਜੇਸ਼ਨ ਰੇਟ ਆ ਉਹ ਕਾਫੀ ਘੱਟ ਆ ਜਿੱਥੇ ਜਿੱਥੇ ਜਿਹੜਾ ਆ ਮਾਸਕ ਰਿਕੁਆਇਰ ਕੀਤਾ ਗਿਆ ਸੀ। ਇਹਦੇ ਵਿੱਚ ਕਹਿੰਦੇ ਪਈ 5.5% ਦੇ ਕਰੀਬ ਡਿਕਲਾਈਨ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਹੌਸਪੀਟਲ 'ਚ ਐਡਮਿਟ ਹੋਣੇ ਸੀ ਜੇ ਉਹ ਮਾਸਕ ਨਾ ਪਾਉਂਦੇ। 18 ਸਾਲ ਤੋਂ ਲੈ ਕੇ 64 ਸਾਲ ਦੇ ਉਹਨਾਂ ਨੇ ਜਿਹੜੇ ਸਾਈਟਸ 'ਤੇ ਸਟੱਡੀ ਕੀਤੀ ਆ, ਕੈਲੀਫੋਰਨੀਆ, ਕੋਲੋਰਾਡੋ, ਕਨੈਟੀਕਟ, ਮੈਰੀਲੈਂਡ, ਮਿਸ਼ੀਗਨ, ਮਿਨੇਸੋਟਾ, ਨਿਊ ਮੈਕਸੀਕੋ, ਨਿਊਯਾਰਕ, ਓਹਾਇਓ ਅਤੇ ਓਰੇਗਨ, ਇਹਨਾਂ ਏਰੀਆ ਦੇ ਵਿੱਚ ਕੀਤੀ ਹੈਗੀ ਆ। ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਾਈਡਨ ਉਹਨਾਂ ਨੇ ਤਾਂ ਇਹ ਕਿਹਾ ਹੀ ਹੈਗਾ ਆ ਵੀ ਜਿਹੜੇ ਗਵਰਨਮੈਂਟ ਆਫਿਸਿਸ ਆ ਉੱਥੇ ਮਾਸਕ ਜ਼ਰੂਰੀ ਆ। ਹੋਰ ਵੀ ਜਿਹੜੀਆਂ ਪਲੇਸਿਸ ਹੈਗੀਆਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਜਾਂ ਤੁਸੀਂ ਘਰੋਂ ਬਾਹਰ ਹੈਗੇ ਆ ਤਾਂ ਮਾਸਕ ਨੂੰ ਜ਼ਰੂਰੀ ਬਣਾਇਆ ਜਾਵੇ।
ਜੀ, ਉਹਨਾਂ ਨੇ ਫੈਡਰਲ ਜਿਹੜੀਆਂ ਥਾਵਾਂ ਦੇ ਉੱਤੇ ਤਾਂ 100 ਡੇਜ਼ ਦੇ ਲਈ ਮਾਸਕ ਮੈਂਡੇਟ ਜਿਹੜਾ ਉਹ ਰੱਖਿਆ ਹੈਗਾ ਆ। ਕੱਲ੍ਹ ਜਿਹੜੀ ਇੱਕ ਕੰਪਨੀ ਨੇ ਫੌਕਸ ਨਿਊਜ਼, ਉਹਨਾਂ ਦੇ ਕੁਛ ਜਿਹੜੇ ਐਂਕਰਸ ਆ ਗਲਤ ਜਿਹੜੀ ਪ੍ਰਮੋਟ ਧੋਖੇ ਵਾਲੀ ਇਲੈਕਸ਼ਨ ਫਰਾਡ ਵਾਲੀਆਂ ਜਿਹੜੀਆਂ ਕਲੇਮਸ ਆ, ਉਸ ਦੇ ਚੱਲਦਿਆਂ ਉਹਨਾਂ ਨੂੰ ਲਾਸੂਟ ਫਾਈਲ ਕੀਤਾ ਸੀਗਾ ਤਕਰੀਬਨ $2.7 ਬਿਲੀਅਨ ਦਾ ਮਾਣਹਾਨੀ ਦਾ ਜਿਹੜਾ ਮੁਕੱਦਮਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲਓ ਡੌਬਸ ਟੂਨਾਈਟ ਕਰਕੇ ਫੌਕਸ ਨਿਊਜ਼ ਦਾ ਇੱਕ ਪ੍ਰੋਗਰਾਮ ਸੀਗਾ, ਅਗਲੇ ਹੀ ਦਿਨ ਜਿਹੜਾ ਫੌਕਸ ਨਿਊਜ਼ ਵਾਲਿਆਂ ਨੇ ਉਸ ਨੂੰ ਕੈਂਸਲ ਕਰ ਦਿੱਤਾ ਹੈਗਾ। ਕਹਿੰਦੇ ਵੀ ਇਹ ਬੰਦੇ ਨੇ ਆਪਣੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਇਸ ਜਿਹੜੀਆਂ ਝੂਠੀਆਂ ਗੱਲਾਂ ਨੂੰ ਕਾਫੀ ਜ਼ਿਆਦਾ ਆਪਣੇ ਪ੍ਰੋਗਰਾਮ ਦੇ ਉੱਤੇ ਜਿਹੜਾ ਉਹ ਪ੍ਰਮੋਟ ਕੀਤਾ ਸੀਗਾ। ਸੋ ਹੁਣ ਇਹ ਇਹਨਾਂ ਦੇ ਲਈ ਵੀ ਕਾਫੀ ਗਲੇ ਦੀ ਹੱਡੀ ਫੌਕਸ ਨਿਊਜ਼ ਦੇ ਲਈ ਜਿਹੜੀ ਉਹ ਬਣ ਸਕਦੀ ਆ, ਕਿਉਂਕਿ ਅਦਾਲਤਾਂ ਦੇ ਵਿੱਚ ਟਰੰਪ ਕੈਂਪੇਨ ਨੂੰ ਹਰ ਇੱਕ ਪਾਸਿਓਂ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਜਿਹੜੇ ਇਲੈਕਸ਼ਨ ਫਰਾਡ ਦੇ ਕਲੇਮਸ ਦੇ ਵਿੱਚ। ਅਤੇ ਹੁਣ ਦੇਖਣਾ ਹੋਊਗਾ ਵੀ ਕੀ ਇਹ ਸੈਟਲ ਕਰਨਗੇ, ਜਾਂ ਜੇ ਅਦਾਲਤ ਵਿੱਚ ਜਾਂਦਾ ਹੈ ਅਤੇ ਕੀ ਇਸ ਦੇ ਉੱਤੇ ਅਦਾਲਤ ਆਪਣੀ ਜਿਹੜਾ ਆ ਉਹ ਫੈਸਲਾ ਸੁਣਾਉਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜੇ ਤੁਸੀਂ ਵੈਕਸੀਨ ਲਵਾਉਣਾ ਆ ਕਰੋਨਾ ਵਾਇਰਸ ਦਾ, ਤੇ ਤੁਹਾਨੂੰ ਟਾਈਨੋਨਲ ਜਾਂ ਇੱਦਾਂ ਦੀ ਜਿਹੜੀ ਦਵਾਈ ਆ ਉਹ ਵੈਕਸੀਨ ਲਵਾਉਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਲੈਣੀ ਚਾਹੀਦੀ ਆ ਕਿ ਨਹੀਂ, ਇਹਦੇ ਬਾਰੇ ਜਿਹੜੀ ਨਵੀਂ ਸਟੱਡੀ ਆਈ ਹੈਗੀ ਆ। ਕਹਿੰਦੇ ਵੀ ਜਦੋਂ ਤੁਹਾਡੇ ਵੈਕਸੀਨ ਲਾਇਆ ਜਾਂਦਾ ਆ ਤੇ ਤੁਹਾਡਾ ਇਹੀ ਹੁੰਦਾ ਇੱਕ ਤਰ੍ਹਾਂ ਨਾਲ, ਤੁਹਾਡਾ ਜਿਹੜੀ ਬੋਡੀ ਆ ਉਹ ਸੋਚਦੀ ਆ ਵੀ ਵਾਇਰਸ ਆ ਗਿਆ, ਤੇ ਉਹਨੂੰ ਫਾਈਟ ਕਰਨ ਦੇ ਲਈ ਫਿਰ ਜਿਹੜਾ ਹੈ ਵੈਕਸੀਨ ਲਾਉਣ ਤੋਂ ਬਾਅਦ ਤੁਹਾਡੀ ਜਿਹੜੀ ਬਾਂਹ ਆ ਉੱਥੇ ਕੁਛ ਨਾ ਕੁਛ ਜਿੱਦਾਂ ਸੁੱਜ ਵੀ ਸਕਦਾ ਆ, ਬੁਖਾਰ ਹੋ ਸਕਦਾ ਆ, ਸਿਰ ਦਰਦ ਹੋ ਸਕਦੀ ਆ, ਤੁਹਾਡੇ ਜਿਹੜੇ ਮਸਲ ਆ ਉਹਨਾਂ ਦੇ ਉੱਤੇ ਖਾਜ ਹੋ ਸਕਦੀ ਆ। ਇਹ ਜਿਹੜੇ ਟੈਂਪਰੇਰੀ ਸਿੰਪਟਮਸ ਹੈਗੇ ਆ, ਇਸ ਤਰ੍ਹਾਂ ਇਨਫਲੇਮੇਸ਼ਨ ਵਗੈਰਾ, ਹੈ ਨਾ। ਸੋ ਬੰਦੇ ਕਈ ਵਾਰੀ ਸੋਚਦੇ ਆ ਵੀ ਚਲੋ ਆਪਾਂ ਟਾਈਨੋਨਲ ਲੈ ਲਓ ਜਾਂ ਐਡਵਿਲ ਲਾ ਲਓ ਜਾਂ ਮੋਟਰਿਨ ਲਾ ਲਓ, ਅਤੇ ਉਹ ਕਹਿੰਦੇ ਬਈ ਇਹਦੇ ਨਾਲ ਜਿਹੜਾ ਆ ਇਮਿਊਨ ਸਿਸਟਮ ਨੂੰ ਜਿਹੜਾ ਸਟਰੋਂਗ ਕਰਨ ਵਾਲੀ ਗੱਲ ਆ ਉਹ ਉਹਦੇ 'ਤੇ ਅਸਰ ਹੋ ਸਕਦਾ। ਇਹ ਸਟੱਡੀ ਜਿਹੜੀ ਜਰਨਲ ਆਫ ਵਾਇਰੋਲੋਜੀ ਆ ਉਹਨਾਂ ਨੇ ਨਵੀਂ ਕੀਤੀ ਆ। ਕਹਿੰਦੇ ਵੀ ਮਾਈਸ ਦੇ ਉੱਤੇ, ਉਹਨੀ ਚੂਹਿਆਂ ਦੇ ਉੱਤੇ ਇਹ ਜਿਹੜੀ ਸਟੱਡੀ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜੇ ਤਾਂ ਤੁਹਾਨੂੰ ਪ੍ਰਿਸਕ੍ਰਾਈਬ ਹੈਗੀ ਆ, ਡਾਕਟਰ ਨੇ ਕਿਹਾ ਵੀ ਹਾਂ ਤੁਸੀਂ ਇੱਕ ਟਾਈਨੋਨਲ ਲੈਣੀ ਆ ਜਾਂ ਕੁਛ, ਫੇਰ ਤਾਂ ਤੁਸੀਂ ਕੰਟੀਨਿਊ ਕਰ ਸਕਦੇ ਆ, ਪਰ ਅਦਰਵਾਈਜ਼ ਤੁਹਾਨੂੰ ਟੀਕਾ ਲਾਉਣ ਤੋਂ ਪਹਿਲਾਂ ਜਾਂ ਬਾਅਦ 'ਚ ਇਹ ਨਹੀਂ ਲੈਣੀਆਂ ਚਾਹੀਦੀਆਂ ਇੱਦਾਂ ਦੀਆਂ ਦਵਾਈਆਂ। ਪਰ ਤੁਹਾਨੂੰ ਜਿਹੜਾ ਆਪਣਾ ਡਾਕਟਰ ਹੈਗਾ ਆ ਉਹਦੇ ਨਾਲ ਜ਼ਰੂਰ ਜਿਹੜਾ ਆ ਕੋਈ ਨਾ ਕੋਈ ਉਤੋਂ ਜਿਹੜਾ ਆਪਣਾ ਜੋ ਸਿਚੁਏਸ਼ਨ ਆ ਦੱਸ ਕੇ ਉਹ ਡਾਕਟਰ ਦੇ ਵਿਚਾਰ ਲੈਣੇ ਚਾਹੀਦੇ। ਉਹ ਤੋਂ ਬਿਨਾਂ ਨਹੀਂ ਜਿਹੜੀ ਆ ਇਹ ਟਾਈਨੋਨਲ ਵਗੈਰਾ ਲੈਣੀ ਚਾਹੀਦੀ ਜਦੋਂ ਤੁਸੀਂ ਟੀਕਾ ਲਵਾਇਆ ਆ। ਬਿਲਕੁਲ, ਟੀਕੇ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਸਿੰਪਟਮ ਆਉਣੇ, ਇਸ ਦਾ ਮਤਲਬ ਇਹੀ ਹੁੰਦਾ ਵੀ ਤੁਹਾਡਾ ਇਮਿਊਨ ਸਿਸਟਮ ਉਸ ਵਾਇਰਸ ਦੇ ਲਈ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਰਿਹਾ ਹੈਗਾ ਆ, ਜਿਹੜੇ ਕਿ ਇੱਕ ਚੰਗੀ ਗੱਲ ਆ। ਅਤੇ ਜੇ ਤੁਸੀਂ ਉਸ ਦੇ ਉੱਤੋਂ ਦੀ ਇੱਦਾਂ ਇਹ ਪੇਨ ਕਿਲਰਸ ਲੈ ਲੈਂਦੇ ਆ ਤਾਂ ਉਹ ਤੁਹਾਡੇ ਇਮਿਊਨ ਸਿਸਟਮ ਨੂੰ ਬੇਸਿਕਲੀ ਫਿਰ ਉਹ ਪਹਿਲੇ ਵਾਲੇ ਪੱਧਰ 'ਤੇ ਦੁਬਾਰਾ ਜਿਹੜਾ ਉਹ ਮੁੜ ਕੇ ਲਿਆ ਸਕਦਾ ਆ। ਸੋ ਉਸ ਤੋਂ ਬਚਾਅ ਦੇ ਲਈ ਜੇ ਸਵੀਅਰ ਰਿਐਕਸ਼ਨ ਕੁਛ ਇੱਦਾਂ ਦੀਆਂ ਚੀਜ਼ਾਂ ਆ ਤਾਂ ਤੁਰੰਤ ਡਾਕਟਰ ਦੇ ਨਾਲ ਜਿਹੜੀ ਉਹ ਤੁਹਾਨੂੰ ਸਲਾਹ ਜਿਹੜੀ ਉਹ ਲੈਣੀ ਚਾਹੀਦੀ ਆ। ਉਹ ਕੀ ਕਹਿੰਦੇ ਆ, ਜਦੋਂ ਵੀ ਤੁਸੀਂ ਵੈਕਸੀਨ ਲਵਾ ਕੇ ਜਦੋਂ ਵੈਕਸੀਨ ਲਵਾਉਣ ਜਾਣਾ ਆ, ਜਿਨ੍ਹਾਂ ਨੇ ਵੀ ਤੁਹਾਨੂੰ ਐਡਮਿਨਿਸਟਰ ਕਰਨੀ ਆ, ਟੀਕਾ ਲਾਉਣਾ ਆ, ਉਹਨਾਂ ਨੂੰ ਜ਼ਰੂਰ ਪੁੱਛੋ ਵੀ ਜੇ ਮੈਨੂੰ ਕੋਈ ਇੱਦਾਂ ਦੇ ਸਿੰਪਟਮ ਵਗੈਰਾ ਹੁੰਦੇ ਆ ਅਤੇ ਮੈਂ ਉੱਥੇ ਕੀ ਕਰ ਸਕਦਾ ਆ, ਕੀ ਕਰ ਸਕਦੀ ਹਾਂ। ਸੋ ਇਹ ਜਿਹੜਾ ਚੀਜ਼ਾਂ ਜਿਹੜੀਆਂ ਤੁਹਾਨੂੰ ਸਾਰਿਆਂ ਨੂੰ ਆਪਣੇ ਉਸ ਤੋਂ ਡਾਕਟਰ ਤੋਂ ਜਿਹੜੀ ਸਲਾਹ ਜ਼ਰੂਰ ਲਓ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਯੈਮਨ ਦੇ ਹਾਊਥੀ ਰੈਬਲਸ ਆ ਉਹਨਾਂ ਨੂੰ ਟੈਰਰਿਜ਼ਮ ਦੇ ਲਿਸਟ ਦੇ ਵਿੱਚੋਂ ਜਿਹੜਾ ਆ ਉਹ ਕੱਢਣ ਜਾ ਰਹੇ ਆ। ਅਖੀਰਲੇ ਦਿਨ ਜਾਂਦੇ ਜਾਂਦੇ ਸੈਕਟਰੀ ਆਫ ਸਟੇਟ ਨੇ ਜਿਹੜੇ ਚਾਈਨਾ ਦੇ ਵਿੱਚ ਮੁਸਲਮਾਨਾਂ ਦੇ ਨਾਲ ਰੀਐਜੂਕੇਸ਼ਨ ਕੈਂਪ ਦੇ ਨਾਂ ਦੇ ਉੱਤੇ ਹੋ ਰਹੇ ਧੱਕੇ ਨੂੰ ਜੈਨੋਸਾਈਡ ਆਖਿਆ ਸੀ, ਅਤੇ ਉਹਨਾਂ ਹੀ ਦਿਨਾਂ ਦੇ ਦੌਰਾਨ ਇਹਨਾਂ ਨੇ ਯਮਨ ਦੇ ਜਿਹੜੇ ਹਾਊਥੀ ਜਿਹੜੇ ਹੈਗੇ ਨੇ ਰੈਬਲਸ, ਉਹਨਾਂ ਨੂੰ ਵੀ ਅੱਤਵਾਦੀ ਜਿਹੜੇ ਹਿਸਾਬ ਦੇ ਨਾਲ ਗਰਦਾਨ ਦਿੱਤਾ ਸੀਗਾ। ਇਹ ਉਹੀ ਨੇ ਜਿਹੜੇ ਸਾਊਦੀ ਵਾਲਿਆਂ ਦੇ ਖਿਲਾਫ ਜਿਹੜਾ ਆ ਉੱਥੇ ਲੜ ਰਹੇ ਨੇ, ਅਤੇ ਕੱਲ੍ਹ ਬਾਈਡਨ ਨੇ ਆਪਣੀ ਸਾਊਦੀ ਦੇ ਇਸ ਯਮਨ ਦੇ ਖਿਲਾਫ ਅਫੈਂਸਿਵ ਦੇ ਵਿੱਚ ਆਪਣੇ ਹੱਥ ਜਿਹੜੇ ਪਿੱਛੇ ਖਿੱਚ ਲਏ ਸੀਗੇ, ਅਤੇ ਲੱਗ ਹੀ ਰਿਹਾ ਸੀਗਾ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਕਰ ਸਕਦੇ ਨੇ। ਸੋ ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਂਗਰਸ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਹੁਣ ਇਹ ਸੂਚਨਾ ਆਪਣੀ ਦੇ ਦਿੱਤੀ ਆ ਵੀ ਉਹ ਯੈਮਨ ਦੇ ਹਾਊਥੀ ਰੈਬਲਸ ਆ ਉਹਨਾਂ ਨੂੰ ਇਸ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਦੀ ਲਿਸਟ ਦੇ ਵਿੱਚੋਂ ਉਹ ਕੱਢ ਦੇਣ।
ਜੀ, ਅਗਲੀ ਖਬਰ ਜਿਹੜੀ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਵਾਲਿਆਂ ਨੇ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਫਾਈਟ ਕਰਨ ਦੇ ਲਈ ਇੱਕ ਦਵਾਈ ਬਣਾ ਲਈ ਆ, ਤੇ ਬਹੁਤ ਹੀ ਉਹ ਸਟਰੋਂਗ ਦਵਾਈ ਆ। ਕਹਿੰਦੇ ਵੀ ਸੋ ਫਾਰ ਜਿੰਨੀਆਂ ਵੀ ਮੈਡੀਸਨ ਹੁਣ ਤੱਕ ਆਈਆਂ, ਉਹਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਆਇਆ। 30 ਲੋਕਾਂ ਦੇ ਉੱਤੇ ਉਹ ਫੇਜ਼ 1 ਟਰਾਇਲ ਹੋਇਆ, ਜਿਹਦੇ ਵਿੱਚੋਂ 29 ਜਾਣੇ ਆ ਉਹ 3 ਦਿਨ ਤੋਂ ਲੈ ਕੇ 5 ਦਿਨ ਦੇ ਵਿੱਚ ਹਸਪਤਾਲ ਤੋਂ ਬਾਹਰ ਆ ਗਏ। ਸੋ ਜੇ ਕਹਿੰਦੇ ਵੀ ਇਹ ਦਵਾਈ ਬਿਲਕੁਲ ਸਹੀ ਹੋਈ, ਤੇ ਇਹ ਇੱਕ ਤਰ੍ਹਾਂ ਨਾਲ ਬ੍ਰੇਕ ਥਰੂ, ਬਹੁਤ ਵੱਡਾ ਬ੍ਰੇਕ ਥਰੂ ਹੋਊਗਾ। ਪ੍ਰੋਫੈਸਰ ਨਾਦਰ ਅਰਵਰ ਇੱਕ ਜਿਹੜੇ ਹੈਗੇ ਆ ਉੱਥੇ ਤੈਲ ਅਵੀਵ ਇਚਲੋ ਮੈਡੀਕਲ ਸੈਂਟਰ ਦੇ ਵਿੱਚ, ਉਹਨਾਂ ਨੇ ਜਿਹੜੀ ਇਹ ਦਵਾਈ ਤਿਆਰ ਕੀਤੀ ਹੈਗੀ ਆ। ਜੀ। ਕਈ ਰਿਪਬਲਿਕਨ ਗਰੁੱਪਸ ਉਹ GOP ਸੈਨੇਟਰਸ ਆ, ਉਹਨਾਂ ਦੇ ਇਲਾਕਿਆਂ ਦੇ ਵਿੱਚ ਐਡਸ ਜਿਹੜੀਆਂ ਉਹ ਰਨ ਕਰ ਰਹੇ ਆ ਇੰਪੀਚਮੈਂਟ ਟਰਾਇਲ ਦੇ ਸ਼ੁਰੂ ਹੋਣ ਤੋਂ ਪਹਿਲਾਂ, ਵੀ ਟਰੰਪ ਹੁਣਾਂ ਨੂੰ ਤੁਸੀਂ ਦੋਸ਼ੀ ਜਿਹੜਾ ਆ ਉਹ ਕਰਾਰ ਦਿਓ, ਕਨਵਿਕਟ ਜਿਹੜਾ ਆ ਉਹ ਤੁਹਾਨੂੰ ਕਰਨਾ ਚਾਹੀਦਾ ਆ। ਰਿਪਬਲਿਕਨ ਅਕਾਊਂਟੇਬਿਲਿਟੀ ਪ੍ਰੋਜੈਕਟ ਕਰਕੇ ਕਹਿੰਦੇ ਆ ਵੀ ਇੱਕ ਨਵੀਂ ਪੈਕ ਪੋਲੀਟੀਕਲ ਐਕਸ਼ਨ ਕਮੇਟੀ ਜਿਹੜੀ ਉਹ ਬਣਾਈ ਆ। ਉਹਨਾਂ ਨੇ 6 ਜਨਵਰੀ ਦੇ ਉੱਤੇ ਕੈਪੀਟਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦੇ ਵਿੱਚ ਉਹ ਵੀ ਮੰਨਦੇ ਨੇ ਵੀ ਰਾਸ਼ਟਰਪਤੀ ਟਰੰਪ ਉਹਨਾਂ ਦਾ ਵੱਡਾ ਇੱਕ ਹਿਸਾਬ ਦੇ ਨਾਲ ਹੱਥ ਸੀਗਾ ਭੀੜ ਨੂੰ ਜਿਹੜਾ ਉਹ ਭੜਕਾਉਣ ਦੇ ਲਈ, ਇਸ ਲਈ ਉਹਨਾਂ ਨੂੰ ਦੋਸ਼ੀ ਜਿਹੜਾ ਉਹ ਮੰਨਿਆ ਜਾਵੇ। ਜਿੱਥੇ ਉਦੋਂ ਟੂ ਸਟਾਪ ਦਾ ਸਟੀਲ, ਫਾਈਟ ਲਾਈਕ ਹੈਲ, ਟਰਾਇਲ ਬਾਏ ਕੰਬੈਟ, ਇੱਦਾਂ ਦੀਆਂ ਜਿਹੜੇ ਗੱਲਾਂ ਆ ਉਹ ਆਪਾਂ ਨੂੰ ਸੁਣਨ ਨੂੰ ਉੱਥੇ ਮਿਲੀਆਂ ਸੀਗੀਆਂ। ਸੋ ਹੁਣ ਦੇਖਣਾ ਹੋਊਗਾ ਵੀ ਕੀ ਰਿਪਬਲਿਕਨ ਸੈਨੇਟਰਸ ਦੇ ਉੱਤੇ ਇਹਨਾਂ ਐਡਸ ਦਾ ਉਹਨਾਂ ਦੇ ਹੀ ਗਰੁੱਪਸ ਦੇ ਦੁਆਰਾ ਜਿਹੜੀਆਂ ਚਲਾਈਆਂ ਗਈਆਂ ਉਸ ਦਾ ਕੋਈ ਅਸਰ ਹੋਵੇਗਾ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਪਿਛਲੇ ਦਿਨਾਂ 'ਚ ਹਾਊਸ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਵੀ ਜਿਹੜੇ ਸਿਕਿਉਰਿਟੀ ਸਕਰੀਨਿੰਗਸ ਨੂੰ ਬਾਈਪਾਸ ਕਰੂਗਾ ਉਹਨਾਂ ਨੂੰ $5000 ਦਾ ਜੁਰਮਾਨਾ ਪਹਿਲੀ ਵਾਰੀ, ਅਤੇ ਫਿਰ ਉਸ ਤੋਂ ਬਾਅਦ 'ਚ $10,000 ਦਾ ਜੁਰਮਾਨਾ ਕੀਤਾ ਜਾਵੇਗਾ। ਇਸੇ ਦੇ ਚੱਲਦਿਆਂ ਹਾਊਸ ਦੇ ਰਿਪਬਲਿਕਨ ਗੌਰਮੈਂਟ ਅਤੇ ਕਲਾਈਡ ਜਿਹੜੇ ਨੇ ਉਹਨਾਂ ਨੂੰ $5000 ਦਾ ਜੁਰਮਾਨਾ ਕਹਿੰਦੇ ਆ ਉਹ ਕੀਤਾ ਗਿਆ। ਉਹਨਾਂ ਨੇ ਸਿਕਿਉਰਿਟੀ ਸਕਰੀਨਿੰਗ ਸੀਗੀਆਂ ਉਹਨਾਂ ਨੂੰ ਬਾਈਪਾਸ ਕੀਤਾ ਸੀਗਾ। ਇਹ ਜਿਹੜੇ ਲੂਈ ਗੌਰਮੈਂਟ ਜਿਹੜੇ ਨੇ ਉਹ ਟੈਕਸਸ ਤੋਂ ਹੈਗੇ ਨੇ, ਅਤੇ ਐਂਡਰਿਊ ਕਲਾਈਡ ਜਿਹੜੇ ਜਾਰਜੀਆ ਤੋਂ ਇਹ GOP ਦੇ ਰਿਪਬਲਿਕਨ ਪਾਰਟੀ ਦੇ ਲਾਅ ਮੇਕਰ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਟਰਾਈ ਕਰ ਰਹੇ ਆ ਵੀ ਜਿਹੜੀਆਂ ਕ੍ਰੈਡਿਟ ਬਿਊਰੋਜ਼ ਆ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਜਾਵੇ। ਜਿਹੜੀਆਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਕੋਈ ਵੀ ਪ੍ਰੋਪਰਟੀ ਖਰੀਦਣੀ ਆ, ਕਾਰ ਖਰੀਦਣੀ, ਕਿਸੇ ਤਰ੍ਹਾਂ ਦਾ ਵੀ ਲੋਨ ਲੈਣਾ ਆ, ਜਿਹੜੀਆਂ 3 ਕ੍ਰੈਡਿਟ ਏਜੰਸੀਜ਼ ਹੈਗੀਆਂ, ਇਕੁਈਫੈਕਸ, ਐਕਸਪੀਰੀਅਨ ਤੇ ਟਰਾਂਸ ਯੂਨੀਅਨ, ਇਹਨਾਂ ਵੱਲ ਦੇਖਿਆ ਜਾਂਦਾ ਆ। ਸੋ ਪਿਛਲੇ ਤੋਂ ਪਿਛਲੇ ਸਾਲ 2019 'ਚ ਇੱਕ ਰਿਪੋਰਟ ਆਈ ਸੀ, ਜਿਹਦੇ ਮੁਤਾਬਕ ਕਹਿੰਦੇ ਵੀ ਜਿਹੜੀਆਂ ਕ੍ਰੈਡਿਟ ਏਜੰਸੀਜ਼ ਆ ਇਹ ਰੇਸ਼ੀਅਲ ਇਨਇਕੁਐਲਿਟੀ ਕਰ ਰਹੀਆਂ ਹੈਗੀਆਂ, ਵੀ ਜਿਹੜੇ ਗਰੀਬ ਏਰੀਏ ਵਾਲੇ ਲੋਕ ਆ ਜਾਂ ਜਿਨ੍ਹਾਂ ਦੀ ਲੋ ਇਨਕਮ ਆ ਉਹ ਕੁਆਲੀਫਾਈ ਨਹੀਂ ਕਰਦੇ ਹੈਗੇ। ਸੋ ਜਿਹੜਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਖਤਮ ਕਰ ਦਿੱਤਾ ਜਾਵੇ। ਜੀ ਜੀ ਬਿਲਕੁਲ। ਸੋ ਕਈ ਵਾਰੀ ਕਈ ਜਿਹੜੀਆਂ ਏਜੰਸੀਆਂ ਆ ਉਹ ਚਾਹੇ ਅਣਚਾਹੇ ਇੱਦਾਂ ਦੇ ਉਹਨਾਂ ਦੇ ਜਿਹੜੇ ਸਿੱਟੇ ਆ ਉਹ ਨਿਕਲ ਆਉਂਦੇ ਆ। ਹੁਣ ਇਸ ਦੇ ਵਿੱਚ ਕੀ ਇਹ ਰਿਸਰਚ ਕਿਹੜੇ ਆંકੜੇ ਜਿਹੜੇ ਉਹ ਪੇਸ਼ ਕਰਦੇ ਆ ਜਾਂ ਇਹ ਗੱਲਾਂ ਜਿਹੜੀਆਂ ਆ, ਕਿਉਂਕਿ ਕਿਸੇ ਨਾ ਕਿਸੇ ਆંકੜਿਆਂ ਦੇ ਆਧਾਰ ਦੇ ਉੱਤੇ ਹੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਆਉਂਦੇ ਨੇ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ, ਅਤੇ ਜੇ ਇਹਨਾਂ ਨੂੰ ਭੰਗ ਕਰਨ ਬਾਰੇ ਸੋਚ ਰਹੇ ਆ ਜਾਂ ਹਟਾਉਣ ਬਾਰੇ ਸੋਚ ਰਹੇ ਆ, ਉਹਨਾਂ ਦੀ ਥਾਂ ਦੇ ਉੱਤੇ ਕੀ ਸਿਸਟਮ ਜਿਹੜਾ ਉਹ ਹੋਊਗਾ, ਉਹ ਵੀ ਉਸ ਦੇ ਬਾਰੇ ਵੀ ਜਿਹੜੀ ਇਹ ਜ਼ਰੂਰ ਸੋਚਣ ਵਾਲੀ ਗੱਲ ਰਹੂਗੀ ਵੀ ਕੀ ਇਹ ਪੇਸ਼ ਕਰਦੇ ਆ। ਅਤੇ ਨਾਲੇ ਆਪਾਂ ਦੇਖਿਆ ਹੀ ਆ ਵੀ ਕਿੰਨੀਆਂ ਵੱਡੀਆਂ ਕੰਪਨੀਆਂ, ਪਰ ਤੁਸੀਂ ਇਹ ਵੀ ਦੇਖਿਆ ਹੋਣਾ ਹਰਜੋਤ ਸਿੰਘ ਜੀ, ਯਾਦ ਹੋਣਾ 2 ਸਾਲ ਪਹਿਲਾਂ ਕੁਛ ਸਾਲ ਪਹਿਲਾਂ ਜਦੋਂ ਇਕੁਈਫੈਕਸ ਦਾ ਕਿੱਡਾ ਵੱਡਾ ਡਾਟਾ ਬਰੀਚ ਹੋਇਆ ਸੀਗਾ, ਉਸ ਤੋਂ ਬਾਅਦ 'ਚ ਉਹਨਾਂ ਨੂੰ ਤਾਂ ਕੋਈ ਇੰਨਾ ਕੋਈ ਵੱਡਾ ਕੋਈ ਜੁਰਮਾਨਾ ਕੁਛ ਨਹੀਂ ਹੋਇਆ। ਲੋਕਾਂ ਦੇ SSN ਅਤੇ ਹਰ ਇੱਕ ਤਰੀਕੇ ਦੇ ਇੱਕ ਹਿਸਾਬ ਦੇ ਨਾਲ ਆਈਡੈਂਟੀਟੀ ਆ ਉਹ ਕਹਿ ਲਓ ਵੀ ਡਾਰਕ ਵੈੱਬ ਦੇ ਵਿੱਚ ਜਾਂ ਉਹਨਾਂ ਲੋਕਾਂ ਤੱਕ ਪਹੁੰਚ ਗਈ ਸੀ ਜਿਹੜੇ ਇਸ ਨੂੰ ਗਲਤ ਤਰੀਕੇ ਦੇ ਨਾਲ ਵਰਤ ਸਕਦੇ ਆ। ਅਤੇ ਤੁਸੀਂ ਵੀ ਕਈ ਵਾਰੀ, ਅਤੇ ਆਪਾਂ ਆਪਣੇ ਸਰੋਤਿਆਂ ਨੂੰ ਫਿਰ ਦੁਬਾਰਾ ਦੱਸਦੇ ਹਾਂ ਵੀ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਆਪਣਾ ਕ੍ਰੈਡਿਟ ਜਿਹੜਾ ਉਹ ਰਿਪੋਰਟ ਆ ਉਹ ਚੈੱਕ ਕਰਿਆ ਕਰੋ ਵੀ ਤੁਹਾਡੇ ਨਾਂ ਦੇ ਉੱਤੇ ਕੋਈ ਗਲਤ ਲੋਨ ਜਾਂ ਕੋਈ ਐਵੇਂ ਇੱਦਾਂ ਦੀਆਂ ਚੀਜ਼ਾਂ ਤਾਂ ਨਹੀਂ ਜਿਹੜੀਆਂ ਉਹ ਪਈਆਂ ਹੋਈਆਂ ਜਿਹੜੇ ਤੁਹਾਡੇ ਕ੍ਰੈਡਿਟ ਸਕੋਰ ਨੂੰ ਜਿਹੜਾ ਉਹ ਬੈਡ ਕਰ ਰਹੀਆਂ। ਅੱਜ ਕੱਲ੍ਹ ਤਾਂ ਤਕਰੀਬਨ ਸਾਰੇ ਹੀ ਬੈਂਕਾਂ ਨੇ ਕਾਰਡ ਜਿਹੜੇ ਦਿੰਦੇ ਆ ਉਹ ਜਿਹੜੇ ਇੱਦਾਂ ਦਾ ਕ੍ਰੈਡਿਟ ਸਕੋਰ ਜਿਹੜਾ ਉਹਨਾਂ ਨੇ ਦਿਖਾਉਣਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ, ਉਸ ਦੇ ਉੱਤੇ ਜ਼ਰੂਰ ਨਜ਼ਰ ਮਾਰਦੇ ਰਿਹਾ ਕਰੋ।
ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫ੍ਰਿਜਨੋ ਤੋਂ ਆ ਰਹੀ ਆ। ਫ੍ਰਿਜਨੋ ਦੇ ਵਿੱਚ ਇੱਕ ਰੈਪਰ ਹੈਗਾ ਜਿਹੜਾ ਮਨੀ ਬੈਗਸ, ਉਹਨੂੰ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਉਹਦੇ ਕੋਲ ਕਾਊਂਟਰਫਿਟ ਮਨੀ ਵੀ ਸੀ, ਗਨਜ਼ ਵੀ ਸੀਗੀਆਂ। ਸੋ ਇਦਾਂ ਦਾ ਸਮਾਨ ਜਿਹੜੇ ਰੈਪਰ ਆ ਉਹ ਯੂਜ਼ ਕਰ ਰਹੇ ਸੀ। ਸੋ ਉਹਨਾਂ ਨੂੰ ਹੁਣ ਫ੍ਰਿਜਨੋ ਦੀ ਪੁਲਿਸ ਨੇ ਅਰੈਸਟ ਕੀਤਾ ਹੈਗਾ। ਜੀ, ਅਗਲੀ ਜਿਹੜੇ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਆ। ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਲਈ ਇੱਕ ਗੁੱਡ ਨਿਊਜ਼ ਜਿਹੜੀ ਵੈਕਸੀਨ ਨੂੰ ਲੈ ਕੇ ਆਈ ਆ। ਇੱਕ ਹਫ਼ਤੇ ਦੇ ਵਿੱਚ 1 ਮਿਲੀਅਨ ਲੋਕਾਂ ਨੂੰ ਵੈਕਸੀਨ ਜਿਹੜੀ ਐਡਮਿਨਿਸਟਰ ਕੀਤੀ ਗਈ ਆ ਕੈਲੀਫੋਰਨੀਆ ਦੇ ਵਿੱਚ। ਇਸ ਟਾਈਮ ਅਮਰੀਕਾ ਦੇ ਵਿੱਚ ਇੱਕ ਵਾਹਦ ਸੂਬਾ ਆ ਜਿੱਥੇ ਕਈ ਮਿਲੀਅਨ ਲੋਕਾਂ ਨੂੰ ਹੁਣ ਤੱਕ ਵੈਕਸੀਨ ਜਿਹੜੀ ਉਹ ਦਿੱਤੀ ਗਈ ਆ। ਅਤੇ ਹੁਣ ਥੋੜ੍ਹਾ ਜਿਹਾ ਇਸ ਦੇ ਵਿੱਚ ਸਟਰੀਮਲਾਈਨ ਹੋਣਾ ਸ਼ੁਰੂ ਹੋਇਆ ਆ। ਸਦਰਨ ਅਤੇ ਜਿਹੜਾ ਬੇ ਏਰੀਆ ਵਾਲੇ ਇਲਾਕੇ ਦੇ ਵਿੱਚ ਕੈਲੀਫੋਰਨੀਆ ਦੇ 2 ਵੱਡੇ ਮਾਸ ਵੈਕਸੀਨੇਸ਼ਨ ਸਾਈਟਸ ਜਿਹੜੇ ਆ ਉਹ ਪਛਾਣੇ ਗਏ ਆ, ਜਿਸ ਦੇ ਵਿੱਚ ਕੋਲੈਸੀਅਮ ਜਿੱਥੇ ਓਕਲੈਂਡ ਰੇਡਰਸ ਪਹਿਲੋਂ ਖੇਲਦੇ ਹੁੰਦੇ ਸੀ ਉੱਥੇ, ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦੇ ਇੱਕ ਸਟੇਡੀਅਮ ਦੇ ਵਿੱਚ ਆਈ ਥਿੰਕ ਲੌਂਗ ਬੀਚ ਜਿਹੜਾ ਆ ਉੱਥੇ ਜਿਹੜਾ ਮਾਸ ਵੈਕਸੀਨੇਸ਼ਨ ਜਿਹੜੀ ਆ ਉਸ ਦਾ ਪ੍ਰਬੰਧ ਕੀਤਾ ਗਿਆ ਹੈਗਾ ਆ। ਅਤੇ ਜੌਨਸਨ ਐਂਡ ਜੌਨਸਨ ਨੇ FDA ਨੂੰ ਗੁਹਾਰ ਲਾਈ ਆ ਵੀ ਸਾਡਾ ਜਿਹੜਾ ਇੱਕ ਟੀਕੇ ਵਾਲੀ ਵੈਕਸੀਨ ਜਿਹੜੀ ਹੈਗੀ ਆ ਉਸ ਨੂੰ ਐਮਰਜੈਂਸੀ ਆਥੋਰਾਈਜੇਸ਼ਨ ਦਿੱਤੀ ਜਾਵੇ। ਇਸ ਦੇ ਉੱਤੇ FDA ਨੇ ਅਜੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ, ਅਤੇ ਕੀ ਉਹਨਾਂ ਦੇ ਡਾਟਾ ਨੂੰ ਦੇਖਦੇ ਹੋਏ ਅਤੇ ਕੀ ਉਹ ਉਹਨਾਂ ਦੇ ਐਡਵਾਈਜ਼ਰ ਕੀ ਉਹਨਾਂ ਨੂੰ ਸਲਾਹ ਦਿੰਦੇ ਆ, ਉਹ ਹੁਣ ਦੇਖਣ ਵਾਲਾ ਰਹੇਗਾ। ਜੀ, ਤੇ ਆਪਾਂ ਸਟਾਕਸ ਦੀ ਗੱਲ ਕਰੀਏ ਤੇ ਫਿਰ ਆਪਾਂ ਜਿਹੜਾ ਹੈਗਾ ਆ ਸਮਾਪਤੀ ਕਰਦੇ ਮਨੀ ਐਕਸਚੇਂਜ ਦੱਸ ਜੀ। ਬਿਲਕੁਲ ਜੀ, ਉਸ ਤੋਂ ਪਹਿਲਾਂ ਦੱਸ ਜਾਈਏ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਡਿਫੈਂਸ ਪ੍ਰੋਡਕਸ਼ਨ ਐਕਟ ਆ ਉਸ ਦੀ ਦੁਬਾਰਾ ਜਿਹੜੀ ਆ ਉਹ ਵਰਤੋਂ ਕੀਤੀ, ਉਸ ਨੂੰ ਇਨਵੋਕ ਕਰਕੇ ਵੈਕਸੀਨੇਸ਼ਨਸ ਨੂੰ ਤੇਜ਼ੀ ਦੇ ਨਾਲ ਅਤੇ ਪ੍ਰੋਟੈਕਟਿਵ ਇਕਵਿਪਮੈਂਟ ਉਸ ਦੇ ਪ੍ਰੋਡਕਸ਼ਨ ਦੇ ਲਈ ਜਿਹੜਾ ਆ ਉਸ ਨੂੰ ਇਨਵੋਕ ਹੁਣ ਦੁਬਾਰਾ ਕੀਤਾ ਆ। ਜਦੋਂ ਆਪਾਂ ਦੇਖਿਆ ਸੀ ਸ਼ੁਰੂਆਤ ਹੋਈ ਸੀ ਇਸ ਪੈਨੇਡੈਮਿਕ ਦੀ, ਉਦੋਂ ਵੀ ਇਸ ਡਿਫੈਂਸ ਐਕਟ ਨੂੰ ਜਿਹੜਾ ਉਹ ਵਰਤਿਆ ਗਿਆ ਸੀਗਾ। ਪਰ ਉਸ ਦੇ ਬਾਵਜੂਦ ਉਦੋਂ ਪ੍ਰੋਟੈਕਟਿਵ ਜਿਹੜੇ ਪ੍ਰੋਟੈਕਸ਼ਨ ਜਿਹੜੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਆ PPE ਜਿਸ ਨੂੰ ਕਹਿੰਦੇ ਸੀ, ਉਸ ਦੇ ਲਈ ਕਾਫੀ ਜਿਹੜੀ ਸਮੱਸਿਆ ਮਾਸਕ ਨੂੰ ਲੈ ਕੇ ਜਿਹੜੀ ਉਹ ਆਈ ਸੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਐਡਮਿਨਿਸਟ੍ਰੇਸ਼ਨ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਦੀ ਕਿਸ ਹਿਸਾਬ ਦੇ ਨਾਲ ਜਿਹੜੀ ਉਹ ਵਰਤੋਂ ਕਰੂਗੀ। ਉੱਧਰ ਫੀਮਾ ਦੀ ਜਿਹੜੀ ਇੱਕ ਸਿਫਾਰਿਸ਼ ਦੇ ਉੱਤੇ ਡਿਫੈਂਸ ਸੈਕਟਰ ਲੋਇਡ ਆਸਟਿਨ ਉਹਨਾਂ ਨੇ 1100 ਟਰੂਪਸ ਆ ਉਹਨਾਂ ਦੀ ਸਹਾਇਤਾ ਜਿਹੜੀ ਆ ਵੈਕਸੀਨੇਸ਼ਨ ਸਾਈਟਸ ਦੇ ਲਈ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਆ ਵੀ ਇਹ ਵੈਕਸੀਨੇਸ਼ਨ ਲਾਉਣ ਦੇ ਵਿੱਚ ਫੀਮਾ ਦੀ ਜਿਹੜੀ ਆ ਉਹ ਮਦਦ ਕਰਨਗੇ। ਅਤੇ ਕਹਿੰਦੇ ਵੀ ਐਕਟਿਵ ਡਿਊਟੀ ਮਿਲਟਰੀ ਪਰਸਨਲ ਕੈਲੀਫੋਰਨੀਆ ਦੇ ਵਿੱਚ ਅਗਲੇ 10 ਦਿਨਾਂ ਦੇ ਵਿੱਚ ਉਹ ਪਹੁੰਚਣ ਵਾਲੇ ਨੇ, ਅਤੇ ਹੋਰ ਵੀ ਸੂਬਿਆਂ ਦੇ ਵਿੱਚ ਜਿਹੜੇ ਮਿਲਟਰੀ ਵਾਲੇ ਆ ਇਹ ਆਪਣਾ ਰੋਲ ਆ ਉਹ ਅਦਾ ਕਰਨਗੇ ਜੀ। ਅਤੇ ਸਟਾਕਸ ਦੇ ਉੱਤੇ ਜੇ ਆਪਾਂ ਜਾਂਦੇ ਜਾਂਦੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ 0.3% ਦਾ ਇਜ਼ਾਫਾ ਹੋਇਆ, 92 ਪੁਆਇੰਟ ਉੱਤੇ ਗਿਆ। 31,148 ਦੇ ਉੱਤੇ ਡਾਓ ਜੋਨਸ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 78 ਪੁਆਇੰਟ ਵਧੇ, 13,856 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 15 ਪੁਆਇੰਟ ਵਧੇ, 3,886 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,815 ਪ੍ਰਤੀ ਆਊਂਸ ਰਹੀ। 10 ਈਅਰ ਯੀਲਡ ਦੇ ਵਿੱਚ ਵਾਧਾ ਦੇਖਿਆ ਗਿਆ, 1.17% ਦੇ ਉੱਤੇ ਇਹ ਆਈ ਆ ਜੀ। $1 ਦੀ ਕੀਮਤ ਜੇ ਕੈਨੇਡਾ ਦੇ ਬਰਾਬਰ ਦੱਸਦੇ ਜਾਈਏ $1.27 ਰਹੀ ਆ, ਅਤੇ $1 ਦੀ ਕੀਮਤ ਇੰਡੀਆ ਦੇ $72.79 ਦੇ ਬਰਾਬਰ ਰਹੀ ਆ ਜੀ। ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।